ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਨਵੀਂ ਖੇਤੀ ਨੀਤੀ। ਵੱਡਿਆਂ ਘਰਾਂ ਦੀ ਬਿਜਲੀ ਸਬਸਿਡੀ ਹੋਵੇਗੀ ਬੰਦ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ। ਚਰਨਜੀਤ ਜੀ, ਪੰਜਾਬ ਦੇਸ਼ ਨੂੰ ਆਜ਼ਾਦ ਹੋਏ ਨੂੰ ਜਿਹੜਾ ਹੈਗਾ ਲਗਭਗ 70-75 ਵਰੇ ਬੀਤ ਚੁੱਕੇ ਨੇ ਤੇ ਹਾਲੇ ਤੱਕ ਪੰਜਾਬ ਕੋਲ ਕੋਈ ਖੇਤੀ ਨੀਤੀ ਨਹੀਂ ਸੀਗੀ। ਤੇ ਪੰਜਾਬ 'ਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸਨੇ ਦਾਅਵਾ ਕੀਤਾ ਸੀ ਵੀ ਕਿ ਅਸੀਂ ਇੱਕ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ ਪੰਜਾਬ ਦੇ ਖੇਤੀਬਾੜੀ ਲਈ, ਜੋ ਕਿ ਫੈਸਲੇ ਲਵੇਗੀ। ਉਸ 'ਚ ਕੁਝ ਨਿਯਮ ਰੱਖੇ ਜਾਣਗੇ ਤੇ ਹੁਣ ਪੰਜਾਬ ਸਰਕਾਰ ਨਵੀਂ ਖੇਤੀ ਨੀਤੀ ਲਿਆਉਣ ਜਾ ਰਹੀ ਹੈ। ਤੇ ਜੋ ਪਤਾ ਲੱਗਿਆ ਵੀ ਕਿ ਇਸ ਨਵੀਂ ਖੇਤੀ ਨੀਤੀ ਦੇ ਵਿੱਚ ਜਿਹੜੇ ਵੱਡੇ ਘਰਾਂ ਨੂੰ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ ਉਹ ਬੰਦ ਹੋ ਸਕਦੀ ਹੈ। ਅਸੀਂ ਜਾਣਨਾ ਚਾਹਾਂਗੇ ਪਹਿਲਾਂ ਤਾਂ ਖੇਤੀ ਨੀਤੀ 'ਚ ਜਿਹੜੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ, ਇਸ 'ਚ ਕਿੰਨੀ ਕੁ ਸੱਚਾਈ ਹੈ ਤੇ ਇਸ ਤੋਂ ਇਲਾਵਾ ਹੋਰ ਕੁਝ ਹੋ ਸਕਦਾ ਹੈ? ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਵੇ ਔਰ ਉਸ ਦੀ ਕੋਈ ਆਪਣੀ ਖੇਤੀ ਨੀਤੀ ਨਾ ਹੋਵੇ। ਇਸ ਤੋਂ ਵੱਡੀ ਨਲਾਇਕੀ ਹੈ ਜਿਹੜੀ ਸਰਕਾਰਾਂ ਦੀ, ਉਹ ਕੀ ਹੋ ਸਕਦੀ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਪਿਛਲੇ ਟਾਈਮ 'ਚ ਰਹੀ ਹੋਵੇ। ਜਿਹੜੀ ਤੁਸੀਂ ਖੇਤੀ ਨੀਤੀ ਦੀ ਗੱਲ ਕੀਤੀ ਹੈ ਕਿ ਹੁਣ ਤਿਆਰ ਹੋ ਰਹੀ ਹੈ, ਇਹ ਪੰਜਾਬ ਸਰਕਾਰ ਦੀ ਜਿਹੜੀ ਤੀਸਰੀ ਅਟੈਂਪਟ ਹੈ। ਇਸ ਤੋਂ ਪਹਿਲਾਂ ਜਦੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ 2013 ਦੇ ਵਿੱਚ, ਉਦੋਂ ਵੀ ਡਰਾਫਟ ਹੋਈ ਸੀ ਖੇਤੀ ਨੀਤੀ। ਉਸ ਤੋਂ ਬਾਅਦ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਟਾਈਮ ਵੀ ਜਿਹੜੀ ਖੇਤੀ ਨੀਤੀ ਹੈ, ਜਿਹੜੀ ਪਾਲਿਸੀ ਹੈ ਜਿਹੜੀ, ਉਹ ਡਰਾਫਟ ਹੋਈ ਸੀ। ਪਰ ਦੋਨੇ ਦਫਾ ਅਫਸੋਸ ਇਸ ਗੱਲ ਦਾ ਹੈ ਕਿ ਡਰਾਫਟ ਹੀ ਤਿਆਰ ਰਹਿ ਗਿਆ, ਖਰੜਾ ਹੀ ਤਿਆਰ ਕੀਤਾ ਹੋਇਆ ਰਹਿ ਗਿਆ। ਸਰਕਾਰਾਂ ਨੇ ਇਸ ਪਾਲਿਸੀ ਨੂੰ ਲਾਗੂ ਨਹੀਂ ਕੀਤਾ ਔਰ ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਇਹ ਖੇਤੀ ਪਾਲਿਸੀ ਦੇ ਵਿੱਚ ਹੈ ਕੀ ਸੀ। ਤਾਂ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ, ਇਹਨੇ ਬੜੇ ਜ਼ੋਰ ਸ਼ੋਰ ਨਾਲ ਇਹ ਗੱਲ ਦਾ ਪ੍ਰਚਾਰ ਕੀਤਾ ਕਿ ਜਿਹੜੀਆਂ ਸਰਕਾਰਾਂ ਪਿਛਲੇ 70-75 ਸਾਲ 'ਚ ਨਹੀਂ ਕਰ ਸਕੀਆਂ, ਉਹ ਅਸੀਂ ਜਿਹੜੀ ਪਹਿਲੇ ਸਾਲ ਦੇ ਵਿੱਚ ਹੀ ਪੰਜਾਬ ਦੀ ਖੇਤੀ ਨੀਤੀ ਤਿਆਰ ਕਰਾਂਗੇ ਔਰ ਇਹ ਦੇਸ਼ ਦੀ ਇੱਕ ਮਾਡਲ ਖੇਤੀ ਨੀਤੀ ਹੋਏਗੀ। ਇਹਦੇ ਲਈ ਜਿਹੜਾ ਕਿਸਾਨ ਮਜ਼ਦੂਰ ਕਮਿਸ਼ਨ ਬਣਿਆ ਹੋਇਆ ਹੈ, ਉਹ ਅਗਵਾਈ ਕਰ ਰਿਹਾ ਹੈਗਾ ਔਰ ਇਹਦੇ ਵਿੱਚ 11 ਮੈਂਬਰੀ ਕਮੇਟੀ ਹੈ ਜਿਹੜੀ ਉਹ ਬਣਾਈ ਗਈ, ਜਿਹਦੇ ਵਿੱਚ ਬਿਊਰੋਕਰੇਟ ਵੀ ਹੈ ਔਰ ਐਕਸਪਰਟ ਵੀ ਨੇ ਔਰ ਕਿਸਾਨਾਂ ਦਾ ਵੀ 1-2 ਨੁਮਾਇੰਦੇ ਲਏ ਗਏ ਨੇ। ਇਹਦੀਆਂ ਕਈ ਮੀਟਿੰਗਾਂ ਦਾ ਦੌਰ ਵੀ ਹੋ ਚੁੱਕਾ। ਤੁਹਾਨੂੰ ਯਾਦ ਹੋਏਗਾ ਲੁਧਿਆਣੇ ਦੇ ਵਿੱਚ ਕਿਸਾਨ ਮਿਲਣੀ ਵੀ ਹੋਈ ਹੈ ਤੇ ਹੁਣ ਇਹਨਾਂ ਨੇ ਆਪਣਾ ਪੋਰਟਲ ਖੋਲਿਆ ਹੋਇਆ ਹੈ ਕਿ ਤੁਸੀਂ 31 ਤਰੀਕ ਤੱਕ ਆਪਣੀ ਸੁਝਾਅ ਆ ਜਿਹੜਾ ਦੇ ਸਕਦੇ ਹੋ। ਦੇਖੋ, ਪਿਛਲੇ ਦਿਨਾਂ 'ਚ 23 ਮਾਰਚ ਨੂੰ ਇੱਕ ਮੀਟਿੰਗ ਹੋਈ ਐਕਸਪਰਟ ਗਰੁੱਪ ਦੀ ਇਹਨਾਂ ਦੀ। ਉਹਦੇ ਵਿੱਚ ਡਾਕਟਰ ਗੁਰਦੇਵ ਸਿੰਘ ਖੁਸ਼ ਨੇ, ਜਿਹੜੇ ਫਸਲ ਵਿਗਿਆਨੀ ਨੇ, ਉਹਨਾਂ ਨੇ ਇੱਕ ਸੁਝਾਅ ਦਿੱਤਾ ਇਹਨਾਂ ਨੂੰ ਕਿਹਾ ਕਿ ਜੇ ਤੁਸੀਂ ਆਪਣੀ ਖੇਤੀ ਪਾਲਿਸੀ ਨੂੰ ਵਾਤਾਵਰਨ ਦੇ ਪੱਖੀ ਰੱਖਣਾ ਚਾਹੁੰਦੇ ਹੋ ਔਰ ਪੰਜਾਬ ਨੂੰ ਤੁਸੀਂ ਕਣਕ ਝੋਨੇ ਦੇ ਗੇੜ ਦੇ ਵਿੱਚੋਂ ਕੱਢਣਾ ਚਾਹੁੰਦੇ ਹੋ ਔਰ ਕਿਸਾਨਾਂ ਦੀ ਆਮਦਨ ਵਧਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਹਾਰਡ ਸਟੈਪ ਹੈ ਜਿਹੜੇ ਉਹ ਲੈਣੇ ਪੈਣਗੇ। ਉਹਨਾਂ ਨੇ ਇਸ਼ਾਰਾ ਕੀਤਾ ਸੀ ਕਿ ਜਿਹੜੀ ਖੇਤੀ ਨੀਤੀ ਬਣਾ ਰਹੇ ਹੋ ਤੁਸੀਂ, ਇਹਦੇ ਵਿੱਚ ਘੱਟੋ ਘੱਟ ਬਿਜਲੀ ਸਬਸਿਡੀ ਨੂੰ ਰੈਸ਼ਨਲਾਈਜ਼ ਕੀਤਾ ਜਾਵੇ ਜਾਂ ਉਸ ਨੂੰ ਹੋ ਸਕੇ ਖਤਮ ਕੀਤਾ ਜਾ ਸਕੇ। ਉਹ ਕਹਿੰਦੇ ਕਿ ਪੰਜਾਬ ਦਾ ਜਿਹੜਾ ਜ਼ਮੀਨੀ ਪਾਣੀ ਜੇ ਇੰਨਾ ਡੂੰਘਾ ਗਿਆ ਹੈ ਤਾਂ ਉਹਦੀ ਵਜ੍ਹਾ ਇੱਕ ਇਹ ਵੀ ਸੀ ਕਿ ਕਿਸਾਨਾਂ ਨੂੰ ਜਿਹੜਾ ਇੱਥੇ ਮੁਫਤ ਦੀ ਬਿਜਲੀ ਹੈ ਜਿਹੜੀ ਉਹ ਦਿੱਤੀ ਗਈ ਹੈ। ਸੋ ਮੁੱਖ ਫੋਕਸ ਹੈ ਜਿਹੜਾ ਸਰਕਾਰ ਦਾ ਵੀ, ਮੁੱਖ ਮੰਤਰੀ ਜਿਸ ਤਰ੍ਹਾਂ ਕਹਿੰਦੇ ਨੇ ਕਿ ਜਿਹੜਾ ਅਸੀਂ ਪਾਣੀ, ਹਵਾ ਤੇ ਆਪਣੀ ਧਰਤ ਹੈ ਜਿਹੜੀ ਉਹ ਬਚਾਉਣੀ ਹੈ ਜ਼ਹਿਰਾਂ ਤੋਂ, ਤੇ ਧਰਤੀ ਹੇਠਲੇ ਪਾਣੀ ਦਾ ਵੀ ਫਿਕਰ ਕੀਤਾ ਜਾਂਦਾ ਹੈਗਾ, ਤਾਂ ਉਹਦੇ ਲਈ ਇਹ ਇੱਕ ਹਾਰਡ ਸਟੈਪ ਹੋਏਗਾ। ਦੇਖੋ, ਕ੍ਰੌਪ ਡਾਈਵਰਸੀਫਿਕੇਸ਼ਨ ਲਈ ਕੀ ਕੀਤਾ ਜਾਣਾ ਹੈਗਾ, ਉਹਦੇ ਲਈ ਕੋਈ ਦਿੱਕਤ ਨਹੀਂ ਹੈਗੀ ਹੈ। ਉਹ ਐਕਸਪਰਟ ਆਪਣੀ ਓਪੀਨੀਅਨ ਦੇਣਗੇ, ਉਹਨਾਂ ਤੇ ਆਪਣੀ ਪਾਲਿਸੀ ਉਹ ਖੜੀ ਕਰ ਦੇਣਗੇ ਕਿ ਇਹ ਚੀਜ਼ਾਂ ਕਰਨੀਆਂ ਨੇ। ਪਰ ਵੱਡਾ ਮਸਲਾ ਅਤਿਸ਼ ਇਹ ਹੈ ਕਿ ਜਿਹੜੀ ਖੇਤੀ ਸੈਕਟਰ ਨੂੰ 1995 ਤੋਂ ਜਿਹੜੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, ਉਹਦੇ ਬਾਰੇ ਫੈਸਲਾ ਲੈਣਾ ਇੱਕ ਵੱਡਾ ਹਾਰਡ ਸਟੈਪ ਹੈ। ਉਹ ਸਰਕਾਰ ਲਈ ਇੱਕ ਚੈਲੰਜ ਵੀ ਬਣਿਆ ਹੋਇਆ ਹੈ। ਹਾਲਾਂਕਿ ਖੇਤੀ ਮੰਤਰੀ ਕੁਲਦੀਪ ਧਾਲੀਵਾਲ ਨਾਲ ਗੱਲ ਹੋਈ ਹੈ, ਉਹਨਾਂ ਨੇ ਕਿਹਾ ਕਿ ਹਜੇ ਮੁੱਢਲੇ ਪੜਾਅ 'ਤੇ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਔਰ ਖੇਤੀ ਸਬਸਿਡੀ ਵਾਪਸ ਲੈਣ ਬਾਰੇ ਜਾਂ ਵੱਡਿਆਂ ਤੋਂ ਵਾਪਸ ਲੈਣ ਬਾਰੇ, ਇਹਦੇ ਬਾਰੇ ਕੋਈ ਹਜੇ ਵਿਚਾਰ ਚਰਚਾ ਨਹੀਂ ਹੋਈ। ਪਰ ਡਾਕਟਰ ਗੁਰਦੇਵ ਸਿੰਘ ਖੁਸ਼ ਨੇ ਇਹ ਗੱਲ ਕਰਕੇ ਇਹਦੀ ਚਰਚਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ। ਸੋ ਅਲਟੀਮੇਟਲੀ ਸਰਕਾਰ ਨੂੰ ਕੋਈ ਨਾ ਕੋਈ ਫੈਸਲਾ ਤਾਂ ਲੈਣਾ ਪਏਗਾ। ਤਾਂ ਇਹ ਸਰਕਾਰ ਲਈ ਇੱਕ ਪਰਖ ਦੀ ਘੜੀ ਵੀ ਹੋਏਗੀ। ਇਹ ਦੇਖਣਾ ਹੋਏਗਾ ਕਿ ਇਹਨਾਂ ਦੀ ਜਿਹੜੀ ਵਿਲ ਪਾਵਰ ਹੈ ਸਰਕਾਰ ਦੀ ਜਾਂ ਮੁੱਖ ਮੰਤਰੀ ਦੀ, ਉਹ ਕਿੰਨੀ ਕੁ ਹੈ ਕਿ ਕੀ ਉਹ ਫੈਸਲਾ ਲੈ ਪਾਉਣਗੇ। ਕਿਉਂਕਿ ਹੁਣ ਤੱਕ ਸਰਕਾਰਾਂ ਨੂੰ ਇਹ ਗੱਲ ਬਾਰਾ ਵੀ ਖਾਂਦੀ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਮੁਫਤ ਦੀ ਬਿਜਲੀ ਦੇ ਕੇ ਜਿਹੜਾ ਪੱਲਾ ਝਾੜ ਲਿਆ, ਉਹ ਕਿਸਾਨਾਂ ਨੂੰ ਇਹ ਲੱਗਣ ਲਾ ਦਿੱਤਾ ਇੱਕ ਸਾਈਕੋਲੋਜੀਕਲੀ ਕਿ ਉਹਨਾਂ ਦੀ ਡਿਊਟੀ ਸਿਰਫ ਇੱਕ ਮੁਫਤ ਬਿਜਲੀ ਦੇਣਾ ਸੀ, ਇਸ ਤੋਂ ਵੱਧ ਉਹ ਕੀ ਕਰ ਸਕਦੇ ਸੀ। ਹਾਲਾਂਕਿ ਖੇਤੀ ਸੈਕਟਰ ਦਾ ਇਹ ਇੱਕ ਪਾਰਟ ਹੋ ਸਕਦਾ ਹੈ।
ਕਿਸਾਨਾਂ ਦੀਆਂ ਫਸਲਾਂ ਮਰਦੀਆਂ ਨੇ, ਕ੍ਰੌਪ ਇੰਸ਼ੋਰੈਂਸ ਦੀ ਗੱਲ ਸੀ, ਕ੍ਰੌਪ ਡਾਈਵਰਸਿਫਿਕੇਸ਼ਨ ਦਾ ਵੱਡਾ ਇਸ਼ੂ ਸੀ, ਜੀ ਇਹ ਕਦੇ ਐਡਰੈਸ ਨਹੀਂ ਸੀ ਹੋਏ। ਬਿਲਕੁਲ ਸੋ ਉਹ ਪੱਲਾ ਝਾੜਦੀਆਂ ਰਹੀਆਂ। ਤੇ ਜਦੋਂ ਆਪਾਂ ਕਹਿੰਦੇ ਕਿ ਬਿੱਲੀ ਦੇ ਗਲ ਟੱਲੀ ਕੌਣ ਬੰਨੇਗਾ, ਜੀ ਤੇ ਮਹਿਸੂਸ ਸਾਰੀਆਂ ਪਾਰਟੀਆਂ ਕਰਦੀਆਂ ਨੇ ਕਿ ਇਹਦਾ ਰੈਸ਼ਨਲਾਈਜ਼ ਕਰਦੀ ਕਿ ਜਿਹੜੇ ਵੱਡੇ ਧਨਾੜ ਕਿਸਾਨ ਆ ਉਹਨਾਂ ਤੋਂ ਵਾਪਸ ਲੈ ਜੀ। ਲਈਏ, ਪਰ ਕਿਸੇ ਨੇ ਐਫਰਟਸ ਕਦੇ ਨਹੀਂ ਕੀਤੀ ਸੀ। ਇੱਕ ਵਾਰੀ ਤੁਹਾਡੇ ਯਾਦ ਹੋਏਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸੀ ਜੀ। ਤਾਂ ਉਹਨਾਂ ਨੇ ਇਹ ਫੈਸਲਾ ਲਿਆ ਸੀ ਕਿ ਅਸੀਂ ਬਿੱਲ ਲਾਵਾਂਗੇ 60 ਰੁਪਏ ਪ੍ਰਤੀ ਹਾਰਸ ਪਾਵਰ, ਪਰ 2005 'ਚ ਜਾ ਕੇ ਫੇਰ ਉਹਨਾਂ ਨੂੰ ਦੁਬਾਰੇ ਮੋੜਵਾਂ ਫੈਸਲਾ ਲੈਣਾ ਪਿਆ ਕਿ ਸਾਰਿਆਂ ਨੂੰ ਮੁਫਤ ਬਿਜਲੀ ਜਾਰੀ ਰਹੇਗੀ। ਜੀ ਸੋ ਇਹ ਨਵੀਂ ਸਰਕਾਰ ਲਈ ਹੁਣ ਇਹ ਬੜਾ ਔਖੀ ਘੜੀ ਹੈ ਕਿ ਕਿਸ ਕਿਸਮ ਦਾ ਨਜ਼ਰੀਆ ਨਾਲ ਦੇਖਦੇ ਆ। ਪੰਜਾਬ ਦੇ ਵਿੱਚ ਆਤਿਸ਼ 1980 ਦੇ ਵਿੱਚ 2,80,000 ਟਿਊਬਵੈਲ ਕਨੈਕਸ਼ਨ ਹੁੰਦੇ ਸੀ, ਜੀ ਤੇ ਅੱਜ ਸਾਡੇ ਕੋਲ 14.5 ਲੱਖ ਟਿਊਬਵੈਲ ਕਨੈਕਸ਼ਨ ਹੈ। ਬਿਲਕੁਲ ਝੋਨੇ ਹੇਠ ਜਿਹੜਾ ਰਕਬਾ ਅੱਜ ਸਾਡੀ ਖਰੀਫ ਦੀ ਫਸਲ ਦਾ ਜਿਹੜਾ 87% ਰਕਬਾ ਹੈ ਉਹ ਪੈਡੀ ਹੇਠ ਹੈ। ਜੀ ਜਿਹੜੇ ਤਾਜ਼ਾ ਅੰਕੜੇ ਨੇ 1970-71 ਦੇ ਵਿੱਚ ਸਿਰਫ 7% ਹੁੰਦਾ ਸੀ। ਜੀ ਇਹਦਾ ਮਤਲਬ ਹੈ ਕਿ ਅਸੀਂ ਧਰਤੀ ਹੇਠਲਾ ਪਾਣੀ ਆਪਣਾ, ਜਿਵੇਂ ਸਾਰਾ ਕਹਿ ਦਿੰਦੇ ਆ ਕਿ ਤਕਰੀਬਨ 2/3 ਪੰਜਾਬ ਹੈ ਜਿਹੜਾ ਉਹ ਡਾਰਕ ਜ਼ੋਨ 'ਚ ਚਲਾ ਗਿਆ, ਸਾਡਾ ਪਾਣੀ ਨੀਵਾਂ ਚਲਾ ਗਿਆ। ਜੀ ਨਾਲੇ ਸਾਡੀ ਫਸਲ ਨਹੀਂ ਏ, ਅਸੀਂ ਸੈਂਟਰਲ ਪੂਲ ਦੇ ਵਿੱਚ ਭੇਜਦੇ ਹਾਂ ਸਾਰਾ ਜਿਹੜਾ ਇਹ ਅਨਾਜ ਹੈਗਾ। ਜੀ ਤੇ 14.5 ਲੱਖ ਦੇ ਵਿੱਚੋਂ ਜਦੋਂ ਆਪਾਂ ਪਿਛਲੇ ਖਾਕਾ ਅੰਕੜਾ ਦੇਖੀਏ ਤਾਂ 7,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਹੁਣ ਅਗਲੇ ਬਾਰੇ ਜਿਹੜਾ ਬਜਟ ਪੇਸ਼ ਹੋਇਆ ਹੈ ਇਹਦੇ ਵਿੱਚ ਤਕਰੀਬਨ ਇਹ ਸਬਸਿਡੀ ਵੱਧ ਕੇ 9,000 ਕਰੋੜ ਦੀ ਹੋ ਜਾਣੀ ਹੈ। ਜੀ ਜੇ ਔਸਤਨ ਦੇਖੀਏ ਤਾਂ ਇੱਕ ਕਿਸਾਨ ਨੂੰ 60,000 ਤੋਂ ਲੈ ਕੇ 65,000 ਰੁਪਇਆ ਸਾਲਾਨਾ ਸਬਸਿਡੀ ਜਿਹੜੀ ਹੈ ਉਹ ਬਿਜਲੀ ਦੀ ਮਿਲ ਰਹੀ ਹੈ। ਜੀ ਪਰ ਇਹਦੇ ਵਿੱਚੋਂ ਵੱਡਾ ਪੋਰਸ਼ਨ ਜਦੋਂ 7,000 ਕਰੋੜ ਨਾਲ ਆਪਾਂ ਦੇਖਦੇ ਹਾਂ ਨਜ਼ਰੀਏ ਤੋਂ, ਤਾਂ 1,83,000 ਕਿਸਾਨ ਇਹੋ ਜਿਹੇ ਨੇ ਆਤਿਸ਼ ਕਿ ਜਿਨ੍ਹਾਂ ਕੋਲੇ ਇੱਕ ਤੋਂ ਜ਼ਿਆਦਾ ਮੋਟਰਾਂ ਨੇ ਬਿਜਲੀ ਦੀਆਂ। ਜੀ 1,42,000 ਕਿਸਾਨ ਉਹ ਹੈ ਜਿਨ੍ਹਾਂ ਕੋਲੇ 2-2 ਮੋਟਰਾਂ ਨੇ। ਜੀ ਫਿਰ ਉਦੋਂ ਬਾਅਦ 29,000 ਕਿਸਾਨ ਉਹ ਹੈ ਜਿਨ੍ਹਾਂ ਕੋਲ 3-3 ਮੋਟਰਾਂ ਨੇ। ਜੀ 4-4 ਮੋਟਰਾਂ ਵਾਲੇ ਜਾਂ ਉਸ ਤੋਂ ਵੱਧ ਮੋਟਰਾਂ ਜਿਨ੍ਹਾਂ ਕਿਸਾਨਾਂ ਕੋਲੇ, ਉਹਨਾਂ ਦੇ ਵੀ ਅੰਕੜਾ 10,000 ਬਣ ਜਾਂਦਾ ਹੈ। ਜੀ ਇਹ ਸਾਰੇ ਜਿਹੜੇ ਵੱਡੇ ਕਿਸਾਨ ਨੇ ਤਕਰੀਬਨ 1,84,000, ਕਿੰਨੇ ਚੋਂ 14.5 ਲੱਖ ਦੇ ਵਿੱਚੋਂ ਸਬਸਿਡੀ ਦਾ ਕਿੰਨਾ ਪੋਰਸ਼ਨ ਲੈ ਜਾਂਦੇ ਨੇ? 28% ਸਬਸਿਡੀ ਕੱਲੇ ਇਹ ਜਿਹੜੇ ਵੱਡੇ ਕਿਸਾਨ ਨੇ ਉਹ ਲੈ ਜਾਂਦੇ ਨੇ। ਜੀ ਪਰ ਸਰਕਾਰਾਂ ਇਹਨਾਂ ਬਾਰੇ ਕਦੇ ਵੀ ਫੈਸਲਾ ਨਹੀਂ ਕਰ ਪਾਈਆਂ। ਜਿਹੜਾ 2018 ਦੇ ਵਿੱਚ ਪਾਲਿਸੀ ਬਣੀ ਸੀ, ਡਰਾਫਟ ਤਿਆਰ ਹੋਇਆ ਸੀ, ਜੀ ਅਜੇ ਵੀਰ ਜਾਖੜ ਜੀ ਦੇ ਚੇਅਰਮੈਨ ਸੀ ਉਦੋਂ ਕਮਿਸ਼ਨ ਦੇ, ਤਾਂ ਉਹਨਾਂ ਨੇ ਇਹ ਫੈਸਲਾ ਲੈ ਲਿਆ ਸੀ। ਇਹ ਉਹਨਾਂ ਨੇ ਕਿਹਾ ਸੀ ਕਿ ਜਿਹੜੇ 10 ਏਕੜ ਤੋਂ ਜ਼ਿਆਦਾ ਵਾਲੇ ਕਿਸਾਨ ਹੈ ਉਹਨਾਂ ਨੂੰ ਬਿਜਲੀ ਸਬਸਿਡੀ ਨਹੀਂ ਦੇਣੀ ਚਾਹੀਦੀ। ਜੀ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਇਨਕਮ ਟੈਕਸ ਪੇਈ ਕਿਸਾਨ ਨੇ ਉਹਨਾਂ ਨੂੰ ਬਿਜਲੀ ਸਬਸਿਡੀ ਨਹੀਂ ਦੇਣੀ ਚਾਹੀਦੀ। ਹੋ ਸਕਦਾ ਉਹ ਡਰਾਫਟ ਪਾਲਿਸੀ ਲਾਗੂ ਹੋ ਜਾਂਦੀ, ਜੀ ਪਰ ਇਹ ਵੱਡਾ ਅੜਿੱਕਾ ਸੀਗਾ ਕਿ ਸਰਕਾਰਾਂ ਕਹਿੰਦੀਆਂ ਕਿ ਅਸੀਂ ਇਹਨੂੰ ਫੈਸਲਾ ਕਿਵੇਂ ਲਈਏ। ਜੀ ਬਿਲਕੁਲ ਹਨਾ ਇਦਾਂ ਦਾ। ਹਾਲਾਂਕਿ ਹੋਰ ਵੀ ਸੂਬਿਆਂ ਦੇ ਵਿੱਚ ਤਕਰੀਬਨ 7 ਸੂਬੇ ਆ ਸਾਡੇ ਦੇਸ਼ ਦੇ ਵਿੱਚ ਜਿੱਥੇ ਬਿਜਲੀ ਸਬਸਿਡੀ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ, ਪਰ ਉੱਥੇ ਵੀ ਕੋਈ ਨਾ ਕੋਈ ਇੱਕ ਸ਼ਰਤ ਲਾਈ ਵੀ ਹੈ। ਜਿਸ ਤਰ੍ਹਾਂ ਮੱਧ ਪ੍ਰਦੇਸ਼ ਹੈ, ਜੀ ਉੱਥੇ ਸਿਰਫ SC ਤੇ ST ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਖੇਤੀ ਮੋਟਰਾਂ ਤੇ। ਉਹਨਾਂ ਨੇ ਕੰਡੀਸ਼ਨ ਲਾਈ ਹੈ ਕਿ ਘੱਟੋ ਘੱਟ ਜਿਹੜਾ 1 ਹੈਕਟੇਅਰ ਵਾਲਾ ਕਿਸਾਨ ਹੈ ਉਸੇ ਨੂੰ ਬਿਜਲੀ ਸਬਸਿਡੀ ਮਿਲੇਗੀ। ਜੀ ਨਾਲ ਉਹਨਾਂ ਨੇ ਕੰਡੀਸ਼ਨ ਲਾਈ ਕਿ 10 ਹਾਰਸ ਪਾਵਰ ਤੱਕ ਦਾ ਜਿਹੜੇ ਕਨੈਕਸ਼ਨ ਹੈ ਉਸ ਤੇ ਹੋਏਗੀ। ਜੀ ਇਸ ਤਰ੍ਹਾਂ ਤੁਹਾਡਾ ਕਰਨਾਟਕ ਹੈ, ਉਹਨੇ ਵੀ ਕੰਡੀਸ਼ਨ ਲਾਈ ਵੀ, ਉਹਨਾਂ ਨੇ ਕਿਹਾ ਕਿ 10 ਹਾਰਸ ਪਾਵਰ ਵਾਲੇ ਕਿਸਾਨ ਨੂੰ ਜਿਹੜੀ ਹੈਗੀ ਹੈ ਬਿਜਲੀ ਸਬਸਿਡੀ ਮਿਲੇਗੀ। ਜੀ ਹੁਣ ਤੇਲੰਗਾਨਾ ਮਾਡਲ ਦੀ ਮੁੱਖ ਮੰਤਰੀ ਖੁਦ ਭਗਵੰਤ ਮਾਨ ਬੜੀ ਤਾਰੀਫ ਕਰਦੇ ਨੇ ਕਿ ਪਿੱਛੇ ਜਾ ਕੇ ਵੀ ਆਏ ਨੇ ਕਿ ਉਹਨਾਂ ਨੇ ਪਾਣੀ ਨੂੰ ਕਿਵੇਂ ਸਾਂਭ ਸੰਭਾਲ ਕਰਦੇ ਨੇ। ਤਾਂ ਤੇਲੰਗਾਨਾ ਮਾਡਲ ਇੱਕ ਇਹ ਵੀ ਹੈਗਾ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਕਾਰਪੋਰੇਟ ਕਿਸਾਨ ਨੇ, ਜਿਹੜੇ ਵੱਡੇ ਕਿਸਾਨ ਨੇ, ਉਹਨਾਂ ਨੂੰ ਬਿਜਲੀ ਸਬਸਿਡੀ ਉਹ ਨਹੀਂ ਦਿੰਦੇ। ਜੀ ਤਾਂ ਕੀ ਉਹ ਮਾਡਲ ਹੁਣ ਪੰਜਾਬ ਦੇ ਵਿੱਚ ਇਹ ਸਰਕਾਰ ਲਾਗੂ ਕਰੇਗੀ? ਇਹ ਦੇਖਣ ਵਾਲੀ ਗੱਲ ਹੋਏਗੀ। ਹੁਣ ਕਰਨਾਟਕਾ ਜਿੱਥੇ ਚੋਣਾਂ ਹੋਣੀਆਂ ਮਈ ਦੇ ਮਹੀਨੇ ਦੇ ਵਿੱਚ, ਉੱਥੇ ਠੀਕ ਹੈ, ਕਰਨਾਟਕਾ ਹੋਇਆ, ਤਮਿਲਨਾਡੂ ਹੋਇਆ, ਉੱਥੇ ਪੰਜਾਬ ਵਾਂਗੂ ਓਪਨ ਕੀਤੀ ਵੀ ਹੈ। ਸੋ ਆਪਾਂ ਨੂੰ ਕਿਤੇ ਨਾ ਕਿਤੇ ਇਹ ਗੱਲ ਦੀ ਦੇਖਣਾ ਪਏਗਾ। ਜੀ ਆਪਾਂ ਇਹ ਨਹੀਂ ਕਹਿੰਦੇ ਕਿ ਬਿਜਲੀ ਸਬਸਿਡੀ ਖਤਮ ਹੋਣੀ ਚਾਹੀਦੀ ਹੈ, ਇਸ ਨੂੰ ਰੈਸ਼ਨਲਾਈਜ਼ ਕੀਤਾ ਜਾਣਾ ਚਾਹੀਦਾ ਹੈਗਾ। ਤੇ ਪਿੱਛੇ ਇੱਕ ਤੁਹਾਡੇ ਯਾਦ ਹੋਵੇਗਾ ਖੇਤੀ ਵਿਧਾਨ ਸਭਾ ਦੀ ਖੇਤੀ ਬਾਰੇ ਇੱਕ ਕਮੇਟੀ ਬਣੀ ਸੀ। ਉਹਨਾਂ ਨੇ ਤਾਂ ਇਹ ਕਹਿ ਦਿੱਤਾ ਸੀ ਕਿ ਜੀ ਕਿ ਜਿਹੜੇ ਕਿਸਾਨ ਜੀ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਮੰਨ ਲਓ ਸਪੋਜ਼ ਉਹਦੇ 4 ਪੁੱਤਰ ਨੇ, ਤਾਂ ਜਿਹੜੀ ਮੋਟਰ ਉਹਨਾਂ ਕੋਲ ਇੱਕ ਹੁੰਦੀ ਹੈ, ਉਹ ਕਹਿੰਦੇ ਇੱਕ ਕਿਸਾਨ ਨੂੰ 1 ਮੋਟਰ ਦੇ ਦਿਓ, 3 ਮੋਟਰਾਂ ਨਵੀਆਂ ਹੋਰ ਦੇ ਦਿਓ। ਤਾਂ ਜੇ ਅਸੀਂ ਕਿ ਕੰਟਰਾਡਿਕਟ ਕਰਦੀ ਹੈ ਗੱਲ, ਸਰਕਾਰ ਕਹਿੰਦੀ ਕਿ ਪਾਣੀ ਬਚਾਉਣਾ ਹੈ, 2017 ਤੋਂ ਖੇਤੀ ਮੋਟਰਾਂ ਤੇ ਰੋਕ ਵੀ ਲੱਗੀ ਵੀ ਹੈ, ਪਰ ਦੂਜੇ ਪਾਸੇ ਜਿਹੜੀ ਖੇਤੀ ਵਿਧਾਨ ਸਭਾ ਦੀ ਕਮੇਟੀ ਬਣੀ ਹੈ ਉਹਨੇ ਇਹ ਕਿਹਾ ਕਿ ਬਾਕੀ ਕਿਸਾਨਾਂ ਨੂੰ ਵੀ ਜਿਹੜੇ ਹੈਗੇ ਨੇ ਕਨੈਕਸ਼ਨ ਦੇਣੇ ਚਾਹੀਦੇ ਆ। ਸੋ ਨਵੀਂ ਖੇਤੀ ਨੀਤੀ ਦੇ ਵਿੱਚ ਖੇਤੀ ਸਬਸਿਡੀ ਜਾਂ ਬਿਜਲੀ ਸਬਸਿਡੀ ਬਾਰੇ ਕੀ ਫੈਸਲਾ ਹੁੰਦਾ ਹੈ, ਇਹ ਬੜਾ ਅਹਿਮ ਗੱਲ ਹੋਏਗੀ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਚਰਚਾ ਚੱਲ ਰਹੀ ਹੈ ਕਿ ਵੱਡੇ ਘਰਾਣਿਆਂ ਤੋਂ ਜਿਹੜਾ ਬਿਜਲੀ ਸਬਸਿਡੀ ਬੰਦ ਕੀਤੀ ਜਾਵੇ, ਤਾਂ ਅਸੀਂ ਜਾਣਨਾ ਚਾਹਾਂਗੇ, ਕਿਉਂਕਿ ਤੁਸੀਂ ਵੀ ਲੰਬਾ ਸਮਾਂ ਹੋ ਗਿਆ ਖੇਤੀਬਾੜੀ ਕਵਰ ਕਰਦੇ ਆ ਰਹੇ ਹੋ, ਤੁਹਾਡੀ ਇੱਕ ਮਹਾਰਤ ਹੈ ਇਸ
ਖੇਤਰ ਦੇ ਵਿੱਚ, ਕੀ ਤੁਹਾਨੂੰ ਲੱਗਦਾ ਹੈ ਵੀ ਕਿ ਵੱਡੇ ਘਰਾਣਿਆਂ ਦੀ ਜਿਹੜੀ ਬਿਜਲੀ ਸਬਸਿਡੀ ਹੈ ਉਹ ਬੰਦ ਹੋਣੀ ਚਾਹੀਦੀ ਹੈ, ਜਾਂ ਉਹਨਾਂ ਨੂੰ ਹੋਰ ਸਹੂਲਤਾਂ ਜਿਹੜੀਆਂ ਮਿਲ ਰਹੀਆਂ ਉਹਨਾਂ ਤੇ ਵੀ ਜਿਹੜੀ ਸਵਾਲ ਚੁੱਕਣੇ ਚਾਹੀਦੇ ਆ, ਉਂਗਲ ਉੱਠਣੀ ਚਾਹੀਦੀ ਹੈ? ਦੇਖੋ, ਵੈਸੇ ਤਾਂ ਜਦੋਂ ਸਬਸਿਡੀਆਂ ਦੀ ਗੱਲ ਚੱਲਦੀ ਤਾਂ ਕਿਸਾਨ ਧਿਰਾਂ ਵੀ ਕਹਿੰਦੀਆਂ ਕਿ ਅਸੀਂ ਇਕੱਲੀ ਸਿਰਫ ਕਿਸਾਨਾਂ ਦੀ ਸਬਸਿਡੀ ਦੀ ਗੱਲ ਕਿਉਂ ਕਰਦੇ ਹਾਂ। ਜੀ। ਅਸੀਂ ਕਾਰਪੋਰੇਟ ਘਰਾਣਿਆਂ ਨੂੰ, ਅਸੀਂ ਇੰਡਸਟਰੀ ਨੂੰ ਜਿੰਨੀ ਸਬਸਿਡੀ ਦਿੰਦੇ ਹਾਂ ਉਹਨਾਂ ਦੀ ਕਦੇ ਗੱਲ ਕਿਉਂ ਨਹੀਂ ਹੁੰਦੀ, ਜਾਂ ਉਹ ਵੈਸਟਰਨ ਮੁਲਕਾਂ ਦੀ ਗੱਲ ਕਰਦੇ ਨੇ ਕਿ ਉੱਥੇ ਨਹੀਂ ਸਬਸਿਡੀ ਦਿੱਤੀ ਜਾਂਦੀ। ਜੀ। ਸੋ ਅਸੀਂ ਵੀ ਇਸ ਗੱਲ ਦੇ ਪੱਖ 'ਚ ਹੈਗੇ ਹਾਂ ਕਿ ਕਿਸਾਨ ਨੂੰ ਜਿਹੜੀ ਸਬਸਿਡੀ ਮਿਲਣੀ ਚਾਹੀਦੀ ਹੈਗੀ ਹੈ। ਪਰ ਪੰਜਾਬ ਦੇ ਵਿੱਚ ਦੇਖ ਲਓ ਤੁਸੀਂ ਕਿ ਸਬਸਿਡੀ ਸਾਡੀ ਅਨਰੈਗੂਲੇਟਡ ਹੈ, ਕੋਈ ਕੰਟਰੋਲ ਹੀ ਨਹੀਂ ਕਿ ਕਿੰਨੀ ਸਬਸਿਡੀ ਦੇਣੀ ਹੈ, ਕਿੰਨਿਆਂ ਨੂੰ ਦੇਣੀ ਹੈ, ਕੋਈ ਤੈਅ ਹੀ ਨਹੀਂ, ਕੋਈ ਪੈਮਾਨਾ ਹੀ ਨਹੀਂ ਹੈਗਾ। ਜੀ। ਸਾਰਿਆਂ ਨੂੰ ਦੇ ਰਹੇ ਆ, ਉਹਦੇ ਵਿੱਚ ਅਮੀਰ ਵੀ ਆ ਰਹੇ ਨੇ, ਗਰੀਬ ਵੀ ਆ ਰਹੇ ਨੇ। ਇਹਨੂੰ ਦੋ ਪੱਖਾਂ ਤੋਂ ਆਪਾਂ ਦੇਖ ਸਕਦੇ ਹਾਂ। ਜੀ। ਇੱਕ ਤਾਂ ਇਹ ਹੈ ਜਿਹੜੀ ਚਰਚਾ ਚੱਲ ਰਹੀ ਹੈ, ਜਿਹੜੇ ਐਕਸਪਰਟ ਆਪਣਾ ਵਿਚਾਰ ਰੱਖਦੇ ਨੇ ਜਾਂ ਪੱਖ ਰੱਖਦੇ ਨੇ, ਉਹ ਇਹ ਕਹਿੰਦੇ ਨੇ ਕਿ ਸਬਸਿਡੀ ਹੈ ਜਿਹੜੀ ਇਸ ਰੂਪ 'ਚ ਖਤਮ ਹੋ ਜਾਣੀ ਚਾਹੀਦੀ ਹੈ ਕਿ ਜਿਹੜੀ ਹੁਣ ਅਸੀਂ ਦੇ ਰਹੇ ਹੈਗੇ ਆ। ਜੀ। ਕਿ ਪਾਵਰਕੌਮ ਫ੍ਰੀ ਬਿਜਲੀ ਦਿੰਦਾ ਹੈ, ਪਾਵਰਕੌਮ ਨੂੰ ਜਿਹੜੀ ਸਬਸਿਡੀ ਹੈ ਪੇ ਕਰਦੀ ਹੈ ਪੰਜਾਬ ਸਰਕਾਰ ਪੇ ਕਰਦੀ ਹੈ। ਉਹ ਕਹਿੰਦੇ ਮੰਨ ਲਓ 7000 ਕਰੋੜ ਰੁਪਏ ਅਸੀਂ ਸਾਲਾਨਾ ਕਿਸਾਨਾਂ ਨੂੰ ਦਿੰਨੇ ਹੈਗੇ ਆ ਸਬਸਿਡੀ ਦਾ, ਪਾਵਰਕੌਮ ਨੂੰ। ਉਹ 7000 ਕਰੋੜ ਰੁਪਏ ਤੁਸੀਂ ਕਿਸਾਨਾਂ ਦੇ ਖਾਤਿਆਂ 'ਚ ਪਾ ਦਿਓ। ਮੰਨ ਲਓ ਇੱਕ ਫਾਰਮਰ ਹੈ ਉਹਨੂੰ ਤੁਸੀਂ ਸਬਸਿਡੀ ਸਾਲ ਦੀ 60000 ਤੋਂ ਲੈ ਕੇ 65000 ਰੁਪਏ ਦਿੰਦੇ ਹੋ। ਜੀ। ਉਨੀ ਸਬਸਿਡੀ ਉਹਦੇ ਖਾਤੇ 'ਚ ਚਲੀ ਜਾਵੇ, ਉਹਦਾ ਜਿਹੜਾ ਬਿਜਲੀ ਦਾ ਬਿੱਲ ਹੈ ਮੋਟਰ ਦਾ ਉਹ ਤੋਂ ਲੈ ਲਿਆ ਜਾਵੇ। ਜੀ। ਹੁਣ ਇਹਦਾ ਰਿਜ਼ਲਟ ਕੀ ਨਿਕਲੇਗਾ? ਇਹ ਤਾਂ ਹੋ ਸਕਦਾ ਕਿ ਕਿਸਾਨ ਇਹ ਰੌਲਾ ਪਾ ਸਕਦੇ ਨੇ ਕਿ ਸਾਡੀਆਂ ਮੋਟਰਾਂ ਤੇ ਜਿਹੜੇ ਹੈਗੇ ਨੇ ਮੀਟਰ ਲੱਗੇ। ਜੀ। ਪਰ ਉਹਦਾ ਫਾਇਦਾ ਇੱਕ ਜਿਓ ਪ੍ਰੈਕਟੀਕਲੀ ਹੁੰਦੀ ਹੈ ਗੱਲ, ਤਾਂ ਇਹ ਹੁੰਦਾ ਹੈ ਕਿ ਇੱਕ ਤਾਂ ਕਿਸਾਨਾਂ ਦਾ ਜਿਹੜਾ ਪੈਸਾ ਬਚੇਗਾ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 60 ਹਾਰਸ ਪਾਵਰ ਲਾਇਆ ਸੀ ਪ੍ਰਤੀ, ਇਹਦਾ ਮਤਲਬ ਜੇ 10 ਦੀ ਮੋਟਰ ਤਾਂ ਉਹਦਾ ਬਿੱਲ 600 ਰੁਪਇਆ ਬਣਿਆ। ਜੀ। ਤੇ ਤੁਹਾਨੂੰ 600 ਨੂੰ ਕਰ ਲਓਗੇ ਕਿੰਨਾ ਬਣਦਾ? ਬਿਲਕੁਲ ਸਾਲ ਦਾ ਕੱਢ ਲਓ ਤੁਸੀਂ, ਹੈ ਨਾ। ਫਿਰ ਵੀ ਪੈਸੇ ਬਚਦੇ ਨੇ 60-65 ਦੇ ਵਿੱਚੋਂ। ਜੀ। ਠੀਕ ਹੈ, ਕਿਸਾਨਾਂ ਦੀ ਪੈਸੇ ਦੀ ਬਚਤ ਹੋਏਗੀ। ਦੂਸਰਾ, ਪਾਣੀ ਦੀ ਬਚਤ ਹੋਏਗੀ। ਮੈਨੂੰ ਪਤਾ ਕਿ ਫ੍ਰੀ ਬਿਜਲੀ ਹੈ, ਮੈਂ ਆਪਣੀ ਮੋਟਰ ਖੁੱਲੀ ਛੱਡ ਦਿੰਦਾ। ਜੀ ਬਿਲਕੁਲ, ਵੱਡੇ ਵੱਡੇ ਕਿਆਰੇ ਪਾ ਕੇ, ਹਨਾ, ਓਪਨ ਦਿਨ ਰਾਤ ਚੱਲਦੀ ਰਹਿੰਦੀ ਹੈ, ਮੈਂ ਪਰਵਾਹ ਨਹੀਂ ਮੈਨੂੰ ਪਾਣੀ ਦੀ। ਪਾਣੀ ਦੀ ਬਚਤ ਹੋਏਗੀ। ਜੀ। ਪਾਣੀ ਸੰਜਮ ਨਾਲ ਵਰਤਾਂਗੇ। ਜਦੋਂ ਪਤਾ ਕਿ ਮੇਰੇ ਮੀਟਰ ਲੱਗਿਆ, ਘਰੇਲੂ ਬਿਜਲੀ ਵੀ ਆਪਾਂ ਹੀ ਕਰਦੇ ਹਾਂ, ਪਤਾ ਕਿ ਮੀਟਰ ਲੱਗੇ ਤਾਂ ਅਸੀਂ ਉਹਨੂੰ ਸੰਜਮ ਨਾਲ ਬਿਜਲੀ ਵਰਤਦੇ ਹਾਂ। ਤੇ ਤੀਸਰਾ, ਬਿਜਲੀ ਦੇ ਵਿੱਚ ਜਿਵੇਂ ਹੁਣ ਕੰਜ਼ੰਪਸ਼ਨ ਵਧੀ ਜਾਂਦੀ ਹੈ ਪੰਜਾਬ ਦੇ, ਜੇ ਡਿਮਾਂਡ ਵਧੀ ਜਾਂਦੀ ਹੈ ਬਿਜਲੀ ਦੀ, ਹਨਾ, ਅਸੀਂ ਬਾਹਰੋਂ ਮਹਿੰਗੇ ਰੇਟ ਤੇ ਖਰੀਦਦੇ ਹੈਗੇ ਆ, ਤਾਂ ਬਿਜਲੀ ਵੀ ਸੰਜਮ ਨਾਲ ਵਰਤੀ ਜਾਏਗੀ। ਜੀ ਬਿਲਕੁਲ। ਪਾਣੀ ਵੀ ਸੰਜਮ ਨਾਲ ਵਰਤਿਆ ਜਾਏਗਾ, ਪੈਸਾ ਵੀ ਸੰਜਮ ਨਾਲ ਵਰਤਿਆ ਜਾਏਗਾ। ਜੀ। ਇੱਕ ਤਾਂ ਇਹ ਚੱਲ ਰਿਹਾ। ਦੂਸਰਾ ਇਹ ਹੈਗਾ ਕਿ ਜਿਹੜੇ ਵੱਡੇ ਕਿਸਾਨ ਹੈ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਹੈ, ਕਿ ਉਹਨਾਂ ਨੂੰ ਰੈਗੂਲੇਟ ਕਰ ਦਿੱਤਾ ਜਾਵੇ, ਇੱਕ ਪੈਮਾਨਾ ਮਿਥ ਲਿਆ ਜਾਵੇ। ਜਾਂ ਤਾਂ ਇਹ ਹੋ ਸਕਦਾ ਕਿ ਜਿਹੜੇ ਇਨਕਮ ਟੈਕਸ ਪੇਈ ਨੇ ਉਹਨਾਂ ਦੀ ਬੰਦ ਕਰ ਦਿੱਤੀ ਜਾਵੇ। ਜੀ। ਜਾਂ ਇਹ ਹੈ ਕਿ ਜਿਨ੍ਹਾਂ ਕੋਲ 2 ਮੋਟਰਾਂ ਉਹਨਾਂ ਤੇ 1 ਮੋਟਰ ਦੀ ਕਰ ਦਿੱਤੀ ਜਾਵੇ। ਜੀ। ਹਨਾ, ਕੋਈ ਘੱਟੋ ਘੱਟ ਜਿਹੜੀ ਕਿਸਾਨ ਧਿਰਾਂ ਨੇ ਸਾਡੀਆਂ, ਉਹ ਵੀ ਆਤਿਸ਼ ਕਿਤੇ ਨਾ ਕਿਤੇ ਇਹਦੇ ਨਾਲ ਸਹਿਮਤ ਹੋਣਗੀਆਂ। ਬਿਲਕੁਲ। ਕਿ ਵੀ ਇਦਾਂ ਹੋ ਜੇ ਤਾਂ ਠੀਕ ਹੈਗੀਆਂ, ਕਿਉਂਕਿ 1-2 ਧਿਰਾਂ ਹੈਗੀਆਂ ਕਿ ਜਿਹੜੀਆਂ ਇਸ ਗੱਲ ਦੇ ਪੱਖ 'ਚ ਨੇ ਕਿ ਸਾਰੇ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ, ਪਰ ਵੱਡਿਆਂ ਨੂੰ ਮਿਲਣੀ ਚਾਹੀਦੀ। ਉਹਦੇ ਵਿੱਚ ਇਹ ਵੀ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈਗੀ ਹੈ ਕਿ ਮੰਨ ਲਓ ਸਪੋਜ਼ ਇੱਕ ਕਿਸਾਨ ਕੋਲ ਤਾਂ ਮੋਟਰ ਹੈ, ਉਹਨੂੰ ਤਾਂ ਅਸੀਂ 60-65 ਰੁਪਏ ਸਬਸਿਡੀ ਦੇ ਰਹੇ ਹਾਂ। ਉਹਦੇ ਗੁਆਂਢ ਵਾਲੇ ਕਿਸਾਨ ਕੋਲੇ ਮੋਟਰ ਵੀ ਹੈ ਨਹੀਂ, ਉਹ ਮਹਿੰਗਾ ਡੀਜ਼ਲ ਵੀ ਫੂਕ ਰਿਹਾ ਹੈ, ਤਾਂ ਫਿਰ ਉਹਦਾ ਕੀ ਕਸੂਰ ਹੈ? ਬਿਲਕੁਲ। ਉਹਨੂੰ ਕਿਉਂ ਵਾਂਝਾ ਰੱਖਿਆ ਜਾ ਰਿਹਾ? ਸੋ ਰੈਸ਼ਨਲਾਈਜ਼ ਕੀਤਾ ਜਾਵੇ ਕਿ 7000 ਕਰੋੜ ਦੀ ਸਬਸਿਡੀ ਦੇ ਵਿੱਚੋਂ ਜਿਹੜੀ 2000 ਕਰੋੜ ਰੁਪਏ ਦੀ ਸਬਸਿਡੀ ਐਸੀ ਨਿਕਲ ਸਕਦੀ ਹੈ, ਉਹ 2000 ਕਰੋੜ ਦੀ ਸਬਸਿਡੀ ਉਹਨਾਂ ਕਿਸਾਨਾਂ ਦੇ ਵਿੱਚ ਵੰਡੀ ਜਾ ਸਕਦੀ ਹੈ ਜਿਨ੍ਹਾਂ ਕੋਲ ਨਾ ਤਾਂ ਮੋਟਰ ਹੈ ਔਰ ਉਹਨਾਂ ਨੂੰ ਡੀਜ਼ਲ ਹੈ ਜਿਹੜਾ ਮਹਿੰਗਾ ਖਰੀਦ ਕੇ ਆਪਣੀ ਫਸਲ ਹੈ ਜਿਹੜੀ ਪਾਲਣੀ ਪੈ ਰਹੀ ਹੈ। ਜੀ। ਚਰਨਜੀਤ ਜੀ, ਇਸ ਤੋਂ ਇੱਕ ਗੱਲ ਇਹ ਵੀ ਨਿਕਲ ਕੇ ਆਉਂਦੀ ਹੈ ਕਿ ਸੋਲਰ ਪ੍ਰੋਜੈਕਟ ਜਿਹੜੇ ਨੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਦੇ, ਕਿ ਜੇ ਖੇਤਾਂ 'ਚ ਸੋਲਰ ਪ੍ਰੋਜੈਕਟ ਲਗਾ ਦਿੱਤੇ ਜਾਂਦੇ ਨੇ ਉਸ ਨਾਲ ਬਿਜਲੀ ਦੀ ਬਚਤ ਹੋ ਸਕਦੀ ਹੋਵੇ? ਦੇਖੋ, ਇਹਨੂੰ ਕਈ ਐਂਗਲਾਂ ਤੋਂ, ਜਦੋਂ ਮਨਪ੍ਰੀਤ ਸਿੰਘ ਬਾਦਲ ਫਾਈਨਾਂਸ ਮਿਨਿਸਟਰ ਸੀ, ਉਹਨਾਂ ਨੇ ਗੱਲ ਤੋਰੀ ਸੀ। ਉਹ ਕਹਿੰਦੇ ਸੀ ਕਿ ਅਸੀਂ ਸੋਲਰਾਈਜੇਸ਼ਨ ਕਰ ਦੇਣੀ ਹੈ। ਹੁਣ ਪਹਿਲੀ ਗੱਲ ਤਾਂ ਕਿ 14.5 ਲੱਖ ਟੂਬਵੈਲ ਹੈਗੇ ਨੇ, ਤਾਂ ਉਦੋਂ ਇੱਕ ਪਾਵਰਕੌਮ ਤੋਂ ਇੱਕ ਮੋਟੀ ਫਿਗਰ ਇਹਨਾਂ ਨੇ ਲਈ ਸੀ ਕਿ ਕਿੰਨਾ ਕੁ ਖਰਚਾ ਆਏਗਾ, ਤਾਂ ਉਹ ਇੱਕ ਬਹੁਤ ਵੱਡੀ ਫਿਗਰ ਬਣ ਜਾਂਦੀ ਹੈ ਕਿ ਪੋਸੀਬਲ ਨਹੀਂ। ਹਾਂ, ਤੁਹਾਡੀ ਗੱਲ ਠੀਕ ਹੈ ਕਿ ਸਰਕਾਰਾਂ ਇਹ ਕਹਿੰਦੀਆਂ ਰਹਿੰਦੀਆਂ, ਬਹੁਤ ਸਾਰੀਆਂ ਸਟੇਟਾਂ ਚੱਲਦੀਆਂ ਕਿ ਸੈਂਟਰ ਗਵਰਨਮੈਂਟ ਵੀ ਇਹ ਕਹਿੰਦੀ ਹੈ ਕਿ ਸੋਲਰਾਈਜੇਸ਼ਨ ਕਰ ਦੇਣੀ ਚਾਹੀਦੀ ਹੈ। ਜਿਹੜੀ ਖੇਤੀ ਆਪਣੀ ਬਣੀ ਹੈਗੀ ਹੈ ਵਿਧਾਨ ਸਭਾ ਦੀ ਕਮੇਟੀ, ਉਹਦੇ ਵਿੱਚ ਵੀ ਇਹ ਗੱਲ ਆਈ ਹੈ ਕਿ ਸੋਲਰ ਤੇ ਚਲਾਉਣੇ ਚਾਹੀਦੇ, ਔਰ ਪੇਡਾ ਦੇ ਤਹਿਤ ਕੋਈ ਚੱਲਦੇ ਵੀ ਹੈਗੇ ਨੇ ਸਕਸੈਸਫੁਲ। ਕਿਉਂਕਿ ਹੁਣ ਜਦੋਂ ਪਾਵਰਕੌਮ ਨੇ ਕਨੈਕਸ਼ਨ ਦੇਣੇ ਬੰਦ ਕਰਤੇ ਨੇ, ਤਾਂ ਲੋਕ ਹੈ ਜਿਹੜੇ ਸੋਲਰ ਤੇ ਆਪਣੀਆਂ ਮੋਟਰਾਂ ਜਿਹੜੀਆਂ ਚਲਾ ਰਹੇ ਨੇ, ਟਿਊਬਵੈਲ ਚਲਾ ਰਹੇ ਨੇ। ਇੱਕ ਚੰਗਾ ਪੱਖ ਤਾਂ ਹੈਗਾ ਕਿਉਂਕਿ ਸਾਡੇ ਵਾਤਾਵਰਨ ਵੀ ਇਸ ਕਿਸਮ ਦਾ ਹੈਗਾ, ਪਰ ਇੱਕ ਬਹੁਤ ਕਾਸਟਲੀ ਸੌਦਾ ਹੈਗਾ। ਜੇ ਗਵਰਨਮੈਂਟ ਆਪਣੇ ਪੱਧਰ ਤੇ ਕਰੇਗੀ ਤਾਂ ਕਿੰਨਾ ਪੈਸਾ ਜਿਹੜਾ ਇਨਵੋਲਵ ਹੋਏਗਾ, ਔਰ ਪੰਜਾਬ ਸਰਕਾਰ ਦੀ ਹਾਲਤ ਆਪਾਂ ਨੂੰ ਪਤਾ ਹੀ ਕਿ 3.5 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ ਉਹ ਅਗਲੇ ਸਾਲ ਤੱਕ ਸਾਡੇ ਸਿਰ ਚੜ ਜਾਣਾ। ਫਾਈਨੈਂਸ਼ੀਅਲੀ ਚੀਜ਼ਾਂ ਦੇਖ ਕੇ ਇਹ ਵੀ ਫੈਸਲਾ ਹੋ ਸਕਦਾ ਹੈ। ਜੀ।
ਚਰਨਜੀਤ ਜੀ, ਇਹਦੇ ਨਾਲ ਹੀ ਜੇ ਹੁਣ ਗੱਲ ਕਰੀਏ ਤਾਂ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਵਿੱਚ ਭਾਰੀ ਮੀਂਹ ਪਿਆ ਹੈ, ਗੜੇਮਾਰੀ ਹੋਈ ਹੈ, ਜਿਸ ਕਰਕੇ ਵੱਡੀ ਜਿਹੜੇ ਮਾਤਰਾ ਦੇ ਵਿੱਚ ਫਸਲ ਦਾ ਨੁਕਸਾਨ ਹੋ ਗਿਆ, ਫਸਲਾਂ ਖੇਤਾਂ 'ਚ ਵਿਛ ਗਈਆਂ ਨੇ। ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਇਲਾਕਿਆਂ ਦੇ ਵਿੱਚ ਦੌਰਾ ਵੀ ਕਰਕੇ ਆਏ ਨੇ, ਉਹਨਾਂ ਨੇ ਗਿਰਦਾਵਰੀ ਦੇ ਹੁਕਮ ਵੀ ਦਿੱਤੇ ਨੇ। ਅਸੀਂ ਜਾਣਨਾ ਚਾਹਾਂਗੇ ਉਹ ਕਿੱਥੇ ਕਿੱਥੇ ਜਾ ਕੇ ਆਏ, ਜਾਂ ਹੁਣ ਗਿਰਦਾਵਰੀ ਤੋਂ ਬਾਅਦ ਮੁਆਵਜ਼ੇ ਲਈ ਕਿਸ ਤਰ੍ਹਾਂ ਦੀ ਰਣਨੀਤੀ ਸਰਕਾਰ ਤਿਆਰ ਕਰ ਰਹੀ ਹੈ। ਦੇਖੋ, ਪਿਛਲੇ ਦਿਨਾਂ 'ਚ ਕਈ ਦਿਨਾਂ ਤੋਂ ਬਾਰਿਸ਼ ਪੈ ਰਹੀ ਸੀਗੀ, ਹੈ ਨਾ। ਜਿਸ ਤਰ੍ਹਾਂ ਪਹਿਲਾਂ ਆਪਾਂ ਕਹਿੰਦੇ ਸੀ ਕਿ ਪਹਿਲਾਂ ਟੈਂਪਰੇਚਰ ਅਪ ਸੀ, ਉਦੋਂ ਕਿਸਾਨ ਮਾਰਿਆ ਗਿਆ, ਜੀ, ਹੈ ਨਾ, ਨੁਕਸਾਨ ਹੋ ਗਿਆ ਜੀਲਡ ਦਾ। ਬਿਲਕੁਲ। ਤੇ ਉੱਪਰੋਂ ਹੁਣ ਗੜੇਮਾਰੀ ਹੋ ਗਈ, ਤਾਂ ਕਿਸਾਨ ਆ ਜਿਹੜਾ ਪ੍ਰਭਾਵਿਤ ਹੋਇਆ। ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਆਪਣੇ ਅੰਕੜੇ ਨੇ, ਉਹ ਕਹਿੰਦੇ ਕਿ ਪੰਜਾਬ ਦੇ ਵਿੱਚ 40 ਲੱਖ ਏਕੜ ਹੈ ਜਿਹੜੀ ਫਸਲ ਹੈ ਉਹ ਪ੍ਰਭਾਵਿਤ ਹੋਈ ਹੈ। ਜੀ, ਮੈਂ ਇੱਕ ਅੰਦਾਜ਼ਾ ਲਾ ਰਿਹਾ ਸੀ ਕਿ 2125 ਰੁਪਏ ਜਿਹੜਾ ਕਣਕ ਦਾ ਭਾਅ ਐਤਕੀ ਤੈਅ ਹੋਇਆ, ਉਹਦੇ ਹਿਸਾਬ ਨਾਲ ਜੇ 5 ਕੁਇੰਟਲ ਵੀ ਆਪਾਂ ਮੰਨ ਲਈਏ ਤਾਂ ਵੀ ਇੱਕ ਕਿਸਾਨ ਦਾ ਜਿਹੜਾ ਔਸਤਨ ਕਿਸਾਨ ਦਾ, ਜਿਹਦੀ ਕਿਸੇ ਦੀ ਘੱਟ ਹੋਈ ਹੈ, ਕਿਸੇ ਦੀ ਵੱਧ ਹੋਈ ਹੈ, ਕਿਸੇ ਦਾ 100% ਹੀ ਖਰਾਬਾ ਹੋ ਗਿਆ, ਜੀ, ਬਿਲਕੁਲ, ਉਹਨੂੰ ਛੱਡ ਦਈਏ ਜੇ ਆਪਾਂ, ਤਾਂ ਵੀ ਪੰਜਾਬ ਦੇ ਕਿਸਾਨਾਂ ਦਾ 4000 ਕਰੋੜ ਤੋਂ ਲੈ ਕੇ 5000 ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਹੋ ਗਿਆ। ਜੀ, ਇਹ ਛੋਟੀ ਅਮਾਉਂਟ ਨਹੀਂ ਹੈਗੀ। ਸਰਕਾਰਾਂ ਨੂੰ ਇਸ ਪਾਸੇ ਦੇਖਣਾ ਚਾਹੀਦਾ ਕਿ ਸਾਡੀ ਇਹ ਮੀਡੀਆ ਦੀ ਇੱਕ ਬਹੁਤ ਵੱਡੀ ਖਬਰ ਵੀ ਨਹੀਂ ਬਣ ਸਕੀ ਜੀ, ਕਿ 4000 ਕਰੋੜ ਤੋਂ 5000 ਕਰੋੜ ਦਾ ਲਾਸ ਹੈ ਜਿਹੜਾ ਯਕਦਮ ਹੋ ਜਾਣਾ। ਜੀ, ਠੀਕ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜੇ, ਉਹ ਮੋਗਾ ਜ਼ਿਲ੍ਹੇ ਦੇ ਗਏ ਨੇ ਖਰਾਬਾ ਦੇਖਣ ਵਾਸਤੇ। ਉਹਨਾਂ ਨੇ ਹੋਰ ਮਾਲਵੇ ਦੇ ਜ਼ਿਲ੍ਹਿਆਂ ਦਾ ਵੀ ਦੌਰਾ ਕਰਨਾ, ਜਿਵੇਂ ਕਿਹਾ ਜਾ ਰਿਹਾ ਕਿ ਬਠਿੰਡਾ, ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਮੋਗਾ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਾਫੀ ਨੁਕਸਾਨ ਹੋ ਗਿਆ। ਫਾਜ਼ਿਲਕਾ ਦੇ ਵਿੱਚ ਬੜਾ ਭਾਰੀ ਤੂਫਾਨ ਵੀ ਆਇਆ, ਹੈ ਨਾ, ਜਿਹਨੇ ਬਹੁਤ ਵੱਡਾ ਘਰ ਵੀ ਡਿੱਗੇ ਨੇ ਲੋਕਾਂ ਦੇ, ਜਾਨੀ ਮਾਲੀ ਨੁਕਸਾਨ ਵੀ ਹੋਇਆ। ਜੀ, ਬਿਲਕੁਲ, ਹੈ ਨਾ। ਤੇ ਪਰ ਉਹਨਾਂ ਨੇ ਇੱਕ ਮੁੱਖ ਮੰਤਰੀ ਨੇ ਨਵੀਂ ਗੱਲ ਕਹੀ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ 25% ਜਿਹੜਾ ਮੁਆਵਜ਼ਾ ਕੰਪਨਸੇਸ਼ਨ ਆ ਉਹ ਵਧਾ ਦਿੱਤਾ ਹੈਗਾ। ਜੀ, ਹੁਣ ਉਹਦੀ ਤਾਂ ਵੈਸੇ ਤਾਂ ਹੁਣ ਕਿਉਂਕਿ ਹਾਲ ਹੀ ਵਿੱਚ ਇਹ ਬਿਆਨ ਆਇਆ ਉਹਨਾਂ ਦਾ, ਇਹਦੀ ਥੋੜੀ ਘੋਖ ਕਰਾਂਗੇ, ਸਟੱਡੀ ਕਰਾਂਗੇ ਕਿ ਸੈਂਟਰ ਗਵਰਨਮੈਂਟ ਦੇ ਰਹੀ ਹੈ, ਜੀ, ਬਿਲਕੁਲ, ਜਾਂ ਪੰਜਾਬ ਸਰਕਾਰ ਨੇ ਕੋਈ ਆਪਣਾ ਪਾਰਟ ਵਧਾਇਆ ਹੈਗਾ, ਇਸ ਤਰ੍ਹਾਂ ਦਾ ਦੇਖਣਾ ਹੋਏਗਾ। ਇਹ ਵੀ ਦੇਖਣਾ। ਪਰ ਉਹ ਵੀ ਕਹਿੰਦੇ ਨੇ ਕਿ ਜੇ 75% ਤੋਂ 100% ਨੁਕਸਾਨ ਹੈ, 2/3 ਤੋਂ ਵੱਧ ਨੁਕਸਾਨ ਹੈ, ਤਾਂ ਅਸੀਂ 15000 ਦੇਵਾਂਗੇ, ਨਹੀਂ ਅਸੀਂ 6700 ਰੁਪਇਆ ਜਿਹੜਾ ਹੈਗਾ 33% ਤੋਂ ਹੇਠਲਾ 75% ਉਹਦੀ ਭਰਪਾਈ ਕਰਾਂਗੇ। ਦੇਖੋ, ਹਰ ਵਾਰੀ ਕੁਦਰਤੀ ਮਾਰ ਹੈ, ਪਤਾ ਨਹੀਂ ਲੱਗਦਾ ਨਾ ਕਿਸਾਨ ਤੇ, ਕਿਉਂਕਿ ਅਗਰੇਰੀਅਨ ਸਟੇਟ ਹੈ ਸਾਡਾ, ਕਿ ਕਦੋਂ ਮਾਰ ਪੈ ਜਾਵੇ। ਪਿਛਲੀ ਵਾਰ ਦੇਖੋ ਤਾਪਮਾਨ ਅੱਪ ਰਹੇਗਾ ਤਾਂ ਸਾਨੂੰ ਮਾਰ ਪੈ ਗਈ ਸੀ ਨਾ, 15-20% ਜਿਹੜਾ ਝਾੜ ਹੈ ਕਣਕ ਦਾ ਉਹ ਘਟ ਗਿਆ ਸੀ। ਤੇ ਸਰਕਾਰ ਨੂੰ ਕੋਈ ਇਹਦਾ ਪੱਕਾ ਹੱਲ ਕਰਨਾ ਚਾਹੀਦਾ। ਜਿਸ ਤਰ੍ਹਾਂ ਆਪਾਂ ਖੇਤੀ ਨੀਤੀ ਦੀ ਗੱਲ ਕਰਦੇ ਹਾਂ, ਹੁਣ ਇਹਦੇ ਵਿੱਚ ਇਹ ਨਹੀਂ ਪਤਾ ਕਿ ਉਹਦੇ 'ਚ ਕ੍ਰੌਪ ਇੰਸ਼ੋਰੈਂਸ ਸਕੀਮ ਲੈ ਕੇ ਆਉਂਦੇ ਜਾਂ ਨਹੀਂ ਲੈ ਕੇ ਆਉਂਦੇ। ਇਹ ਵੀ ਗੱਲ ਚਾਹੁੰਦੇ ਕਿ ਸਟੇਟ ਦੀ ਆਪਣੀ ਕਾਰਪੋਰੇਸ਼ਨ ਇੱਕ ਹੋਣੀ ਚਾਹੀਦੀ ਹੈ, ਬਿਲਕੁਲ, ਹੋਣੀ, ਜਿਹੜਾ ਫਸਲੀ ਬੀਮਾ ਕਰੇ। ਬਹੁਤ ਸਾਰੇ ਮੈਨੂੰ ਲੱਗਦਾ, ਕਿਉਂਕਿ ਸਾਡੇ ਕੇਂਦਰੀ ਨਿਯਮ ਹੈ, ਸਾਡੇ ਵਾਰਾ ਨਹੀਂ ਖਾਂਦੇ, ਹਨਾ, ਜਿਸ ਤਰ੍ਹਾਂ ਦੇ ਬਣਾਏ ਹੋਏ ਨੇ, ਤਾਂ ਮੈਨੂੰ ਲੱਗਦਾ ਇਕੱਲਾ ਵਾਹਿਦ ਪੰਜਾਬ ਸਟੇਟ ਹੋਏਗਾ ਜਿਹੜਾ ਕ੍ਰੌਪ ਇੰਸ਼ੋਰੈਂਸ ਸਕੀਮ ਚੋਂ ਬਾਹਰ ਹੋਏਗਾ। ਨੈਸ਼ਨਲ ਲੈਵਲ ਤੇ ਇਹ ਸਕੀਮ ਹੈ ਜਿਹੜੀ ਚੱਲ ਰਹੀ ਹੈ। ਕਈ ਗੁਜਰਾਤ ਵਰਗੇ ਸੂਬਿਆਂ ਨੇ ਆਪਣੇ ਪੱਧਰ ਤੇ ਵੀ ਜਿਹੜੀਆਂ ਚਲਾਉਣੀ ਸ਼ੁਰੂ ਕੀਤੀ ਹੈਗੀ ਹੈ। ਸਟੇਟ ਨੇ ਪਿਛਲੀ ਸਰਕਾਰਾਂ ਵੀ ਕਹਿੰਦੀਆਂ ਰਹੀਆਂ, ਤਾਂ ਇਹ ਸਰਕਾਰ ਨੂੰ ਵੀ ਚੰਗਾ ਹੋਵੇ। ਖੇਤੀ ਮਹਿਕਮੇ ਥੋੜੀ ਬਹੁਤੀ ਮੈਨੂੰ ਲੱਗਿਆ ਕਿ ਪਹਿਲ ਕੀਤੀ ਹੈ ਕਿ ਕ੍ਰੌਪ ਇੰਸ਼ੋਰੈਂਸ ਸਕੀਮ ਕੋਈ ਬਣ ਜੇ, ਤਾਂ ਕਿ ਕਿਸਾਨਾਂ ਦਾ ਜਿੰਨਾ ਮੁਆਵਜ਼ਾ ਹੋਇਆ ਉਹ ਪੂਰਾ ਮੁਆਵਜ਼ਾ ਮਿਲ ਜੇ ਤੇ ਕਿਸਾਨਾਂ ਦੀ ਫਸਲਾਂ ਦੀ ਜਿਹੜੀ ਭਰਪਾਈ ਹੋ ਸਕੇ। ਜੀ, ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫਿਰ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।